ਵਾਹਿਗੁਰੂ ਵਾਹਿਗੁਰੂ ਸਤਿਨਾਮ ਸਤਿਨਾਮ ਜਨਮ ਸਵਾਰ ਦਰਗਹਿ ਚੱਲਿਆ ਸੱਚੀ ਦਰਗਹਿ ਜਾਏ ਸੱਚਾ ਢਿੜ ਮੰਨਿਆ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ ਜਿਨ ਮਨ ਹੋਰ ਮੁਖ ਹੋ ਸੇ ਕਾਨੇ ਸੱਚਿਆ रते इश्क खुदाए रंग दीदार के रते इश्क खुदाए रंग दीदार के
गुजरे ज्ञानी मुआ है कौन गुजरे ज्ञानी मुआ है कौन गुजरे ज्ञानी मुआ है कौन ज्ञानी मुआ है कौन गुजरे
ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਦਾ ਕੀਰਤਨ ਗੁਰਮੁਖ ਆਤਮਾ ਦੀ ਯਾਦ ਵਿੱਚ ਆਪ ਜੀ ਨੇ ਸ਼ਰਵਣ ਕੀਤਾ ਹੈ। ਮਰਦੀ ਉਹ ਵਸਤੂ ਹੈ ਜੋ ਆਪੋਂ ਬਣੀ ਹੋਵੇ ਜਾਂ ਕਿਸੇ ਮਨੁੱਖ ਦੀ ਬਣਾਈ ਹੋਵੇ। ਆਤਮਾ ਪ੍ਰਮਾਤਮਾ ਅਕਾਲ ਪੁਰਖ ਦੀ ਅੰਸ਼ ਹੈ। ਇਹ ਮਨੁੱਖ ਨੇ ਨਹੀਂ ਬਣਾਈ, ਨਾ ਇਸ ਸੰਸਾਰ ਵਿੱਚ ਇਹਨੇ ਇਹਨੂੰ ਸੱਦਿਆ ਤੇ ਨਾ ਹੀ ਇਸ ਨੂੰ ਵਾਪਸ ਭੇਜਣ ਵਿੱਚ ਇਹਦੀ ਸਲਾਹ ਜਾਂ ਇਹਦਾ ਹੱਥ ਹੈ। ਨਾ ਆਪਣੀ ਰੁਚੀ ਅਨੁਸਾਰ ਆਤਮਾ ਨੂੰ ਮਨੁੱਖ ਬੁਲਾ ਸਕਦਾ, ਨਾ ਆਪਣੀ ਇੱਛਾ ਅਨੁਸਾਰ ਇਹਨੂੰ ਇਹ ਭੇਜ ਸਕਦਾ ਹੈ। पौना पानी अग्नि का खेत, अग्नि का मेल, चंचल चपल बुद्ध का खेत। 9 दरवाजे, 10वां द्वार, गुजरे ज्ञानी ये विचार। डूंगा भाव है। कुछ दरवाजे ने, कुछ मुल्क दे इंद्रे ने, अखा ने, नासका ने, जीभा है, कन ने, 2 इंद्रे ने, ਇਹਨੂੰ ਕੁਝ ਗਿਆਨ ਬਖਸ਼ਦੇ। ਇਹਨਾਂ ਦਾ ਕਰਮ ਕਰਤਾਵੇ ਚੰਚਲ ਚਪਲ ਬੁੱਧ ਜਿਵੇਂ ਜਿਵੇਂ ਵੀ ਇਹਨਾਂ ਨੂੰ ਨਚਾਉਂਦੀ ਹੈ, ਕਰਮ ਕਰਨ ਲਈ ਪ੍ਰੇਰਨਾ ਦਿੰਦੀ ਹੈ, ਇਹ ਨੱਚਦੇ ਹਨ। ਪਾਤਸ਼ਾਹ ਬਾਣੀ ਵਿੱਚ ਇਹ ਕਹਿੰਦੇ ਨੇ, ਦੇਹੀ ਮਾਟੀ, ਸਰੀਰ 5 ਤੱਤਾਂ ਦਾ ਬਣਿਆ। ਸਵਾਸ ਪਾਉਣ ਬੋਲਦੀ ਹੈ ਤੇ ਫਿਰ ਉਹ ਕੁਐਸਚਨ ਮਾਰਕ ਕਰਕੇ ਪੁੱਛਦੇ ਨੇ, ਗੁਜਰੇ ਗਿਆਨੀ ਮੂਆ ਹੈ ਕੌਣ? ਜੇ 5 ਤੱਤਾਂ ਦੀ ਦੇਹ ਬਣੀ ਹੈ ਤੇ ਚੰਚਲ ਚਪਲ ਬੁੱਧ ਇਸ ਨੂੰ ਨਚਾਉਂਦੀ ਹੈ ਤੇ ਮਰਿਆ ਕੌਣ ਹੈ? ਜੀਵਨ ਮਾਸ ਇਸ ਸ਼ਬਦ ਦੇ ਅੰਦਰ ਮਨੁੱਖ ਨੂੰ ਸੋਝੀ ਇਹ ਬਖਸ਼ਦੇ ਨੇ। ਜਿਹਨੂੰ ਤੂੰ ਮੌਤ ਕਹਿਣਾ ਇਹ ਮੌਤ ਨਹੀਂ, ਜਿਹਨੂੰ ਤੂੰ ਜੀਵਨ ਕਹਿਣਾ ਉਹ ਸੱਚਮੁੱਚ ਮੌਤ ਹੈ। ਜਿਸ ਨੂੰ ਤੂੰ ਮੌਤ ਕਹਿਣਾ ਉਹ ਮੌਤ ਨਹੀਂ, ਜਿਸ ਨੂੰ ਤੂੰ ਜੀਵਨ ਕਹਿਣਾ ਉਹ ਸੱਚਮੁੱਚ ਮੌਤ ਹੈ। ਕਾਹਦਾ ਜੀਵਨ ਹੈ? ਜਿਸ ਜੀਵਨ ਦੇ ਅੰਦਰ ਪ੍ਰਭੂ ਦੀ ਯਾਦ ਨਹੀਂ ਹੈ, ਜਿਸ ਜੀਵਨ ਦੇ ਅੰਦਰ ਕੁਝ ਵਿਹਾਜਣ ਦਾ ਫਿਕਰ ਚਿੰਤਾ ਨਹੀਂ, ਜਿਹੜਾ ਜੀਵਨ ਪ੍ਰਭੂ ਦੇ ਮਿਲਾਪ ਲਈ ਕਿਸੇ ਕੰਮ ਨਾ ਆਇਆ ਹੋਵੇ, ਫਿਰ ਉਹ ਜੀਵਨ ਕਾਹਦਾ ਹੈ? ਉਹ ਮਨੁੱਖ ਨਹੀਂ, ਉਹ ਜੀਵਨ ਵਾਲਾ ਨਹੀਂ, ਉਹ ਤਾਂ ਤੁਰਦੀਆਂ ਫਿਰਦੀਆਂ ਲੋਥਾਂ। ਜੀਵਨ ਅਸਲੀ ਉਹੀ ਹੈ ਜਿਸ ਜੀਵਨ ਦੇ ਅੰਦਰ ਪ੍ਰਭੂ ਦੀ ਯਾਦ ਹੈ, ਜਿਸ ਜੀਵਨ ਦੇ ਅੰਦਰ ਪ੍ਰਭੂ ਦੇ ਮਿਲਾਪ ਦੀ ਤੜਪ ਹੈ। ਗੁਰਮੁਖ ਦਾ ਜੀਵਨ ਤਾਂ ਉਹਦੀ ਮੌਤ ਜਿਹੜੀ ਹੈ ਸਿਰਫ ਝੋਲਾ ਬਦਲਣਾ, ਇੱਕ ਲਾ ਦੇਣਾ, ਦੂਜਾ ਪਾ ਲੈਣਾ। ਪਰ ਜਿਹੜਾ ਦੂਜਾ ਪਾਉਣਾ ਹੈ ਨਾ, ਆਮ ਮਨੁੱਖ ਤੇ ਗੁਰਮੁਖ ਦੀ ਗਤੀ ਵਿੱਚ ਥੋੜਾ ਜਿਹਾ ਅੰਤਰ ਹੈ। ਮਨੁੱਖ ਆਪਣੇ ਕਰਮਾਂ ਦੀ ਗਤੀ ਦਾ ਸਦਕਾ ਆਪਣੇ ਅਗਲੇ ਜੀਵਨ ਲਈ ਲੱਕ ਬੰਨ ਕੇ ਖੜਦਾ ਹੈ, ਉਹਨੂੰ ਅਵਸ਼ ਭੁਗਤਣਾ ਪੈਂਦਾ ਹੈ। ਗੁਰਮੁਖ ਤੇ ਮਨਮੁਖ ਦੇ ਕਰਮ ਵਿੱਚ ਐਸਾ ਅੰਤਰ ਹੈ, ਗੁਰਮੁਖ ਆਪਣੇ ਕਰਮ ਦਾ ਸਦਕਾ ਤਾਂ ਪ੍ਰਵਾਣਿਆ ਹੋਇਆ ਗੁਰੂ ਕੀ ਦਰਗਾਹ ਵਿੱਚ ਜਾਂਦਾ ਹੈ। ਜੇ ਸਤਿਗੁਰੂ ਦਾ ਮੁੜ ਉਹਨੂੰ ਭੇਜਣ ਦਾ ਹੁਕਮ ਹੋਵੇ, ਉਹਦੇ ਕਰਮ ਦਾ ਸਦਕਾ ਫਿਰ ਉਹ ਨਹੀਂ। ਬਾਬਾ ਮੇਰਾ ਆਵਣ ਜਾਣ ਰਹੇ ਹੋ, ਗੁਰਮੁਖ ਨੂੰ ਨਹੀਂ ਆਵਸ਼ਕਤਾ ਰਹਿੰਦੀ। ਉਹ ਜੀਵਨ ਦੇ ਅੰਦਰ ਇਹ ਲੋੜ ਨਹੀਂ ਰਹਿਣ ਦਿੰਦਾ ਮੈਂ ਮੁੜ ਕੇ ਆਉਣਾ ਹੈ। ਉਹ ਤਾਂ ਐਸੀ ਬਾਜ਼ੀ ਲਾਉਂਦਾ ਹੈ, ਐਸੀ ਖੇਡ ਖੇਡਦਾ ਹੈ
ਮੁੜ ਕੇ ਆਉਣ ਦੀ ਉਹਦੇ ਮਨ ਦੇ ਅੰਦਰ ਧੜਕ ਨਹੀਂ ਰਹਿੰਦੀ, ਇੱਛਾ ਨਹੀਂ ਰਹਿੰਦੀ, ਫੁਰਨਾ ਨਹੀਂ ਰਹਿੰਦਾ। ਉਹ ਇਹ ਕਹਿੰਦਾ ਵਕਤ ਹੈ ਉੱਪਰ ਲੜ ਮੂਏ, ਹੁਣ ਵਕਤ ਹੈ, ਹੁਣ ਸਮਾਂ ਹੈ, ਇਹਦੇ ਉੱਤੇ ਲੜ ਮਰਨ ਦਾ ਸਮਾਂ ਹੈ। ਲੜਨਾ ਮਰਨਾ ਇਸ ਲਈ ਹੈ, ਲੜਨਾ ਹੈ ਆਪਣੇ ਭਰਵਾਉਣ ਵਾਲੇ ਸੰਕਲਪਾਂ ਵਿਕਲਪਾਂ ਦੇ ਨਾਲ, ਜੂਝਣਾ ਹੈ ਆਪਣੇ ਆਲਸ ਦੇ ਨਾਲ, ਤੇ ਯੁੱਧ ਕਰਨਾ ਹੈ ਪੰਜ ਮਹਾ ਬਲਵਾਨਾਂ ਦੇ ਨਾਲ। ਤੇ ਫਿਰ ਉਹ ਯੁੱਧ ਐਸਾ ਧੁੰਦ ਯੁੱਧ ਹੈ, ਨਾਮ ਬਾਣੀ ਕੀਰਤਨ ਗੁਰਮੁਖ ਦੀ ਸੰਗਤ ਸਤਿਗੁਰੂ ਦੇ ਬਾਣੀ ਦੇ ਪਰਚੇ ਦਾ ਸਦਕਾ ਗੁਰਮੁਖ ਵਿਜਈ ਬਣ ਕੇ ਸੰਸਾਰ ਵਿੱਚੋਂ ਅਕਾਲ ਪੁਰਖ ਦੀ ਦਰਗਾਹ ਵਿੱਚ ਜਾਂਦਾ ਹੈ, ਸੁਰਖਰੂ ਹੋ ਕੇ ਜਾਂਦਾ ਹੈ। ਆਪਣੀਆਂ ਮੁੜ ਜਨਮ ਲੈਣ ਵਾਲੇ ਕਰਮਾਂ ਦੀਆਂ ਪੰਡਾਂ ਨੂੰ ਸਾੜ ਕੇ ਜਾਂਦਾ ਹੈ। ਇੱਕ ਹੈ ਆਵਨ, ਫਿਰ ਜੋਨ ਨਾ ਆਇਆ। ਉਹਦਾ ਆਉਣਾ ਸੰਸਾਰ ਵਿੱਚ ਐਸਾ ਹੈ, ਐਸੀ ਆਉਣੀ ਆਉਂਦਾ ਹੈ, ਫਿਰ ਉਹਨੂੰ ਆਉਣ ਦੀ ਅਵਸ਼ਕਤਾ ਨਹੀਂ ਰਹਿੰਦੀ, ਲੋੜ ਨਹੀਂ ਰਹਿੰਦੀ। ਗੁਰੂ ਮਿਹਰ ਬਖਸ਼ਿਸ਼ ਕਰੇ, ਇਹ ਸੋਝੀ ਪੈ ਜਾਏ ਵੀ ਮੂਆ ਕੌਣ ਹੈ, ਕੌਣ ਮਰਦਾ ਹੈ। ਦੇਹੀ ਮਾਟੀ ਬੋਲੇ ਪਾਉਣ, ਬੁਝਰੇ ਗਿਆਨੀ ਮੂਆ ਹੈ ਕੌਣ। ਸਤਿਗੁਰੂ ਪਾਤਸ਼ਾਹ ਇਹ ਕਹਿੰਦੇ ਨੇ, ਗੁਰਮੁਖ ਮੂਏ ਜੀਵਨ ਦੇ ਪ੍ਰਵਾਨ ਹੈ, ਮਨਮੁਖ ਜਨਮ ਮਰਾਏ। ਨਾਨਕ ਮੂਏ ਨਾ ਆਖੀ ਜੋ ਗੁਰ ਕਾ ਸ਼ਬਦ ਸਮਾਏ। ਮਨਮੁਖ ਨਿਤ ਮਰਦਾ ਹੈ, ਹਰ ਸਵਾਸ ਤੇ ਮਰਦਾ ਹੈ, ਹਰ ਘੜੀ ਹਰ ਪਲ ਵਿੱਚ ਉਹਦੀ ਮੌਤ ਹੈ, ਮੌਤ ਆਫਟਰ ਮੌਤ ਹੈ। ਪਰ ਗੁਰਮੁਖ ਇੱਕ ਦਫਾ ਐਸੀ ਮਰਨੀ ਮਰਦਾ ਹੈ, ਸਮੁੱਚਾ ਜੀਵਨ ਉਹ ਮੁਰਦੇ ਦੀ ਨਿਆਈ ਰੱਖਦਾ ਆਪਣਾ, ਪਰ ਉਹ ਗੱਲੀ ਨਹੀਂ ਬਣਿਆ ਜਾਂਦਾ ਮੁਰਦਾ। ਮੁਰਦਾ ਹੋਏ ਮੁਰੀਦ ਨਾ ਗੱਲੀ ਹੋ ਬਣਾ, ਪਰ ਅਖੀਰ ਨੂੰ ਇਹ ਬਣਦਾ ਉਹਦਾ ਚੰਦ ਮੁਬਾਰਕ ਈਦ ਪੁੱਗ ਖਲੋਣਾ। ਇਹ ਉਹਦੇ ਜੀਵਨ ਦਾ ਆਦੇਸ਼, ਉਹਦਾ ਮੰਤਵ, ਉਹਦਾ ਨਿਸ਼ਾਨਾ। ਸੋ ਐਸੇ ਨਿਸ਼ਾਨੇ ਵਾਲੀ ਆਤਮਾ ਸਾਡੇ ਵਿੱਚੋਂ ਸਰੀਰਕ ਤੌਰ ਤੇ ਅਲੋਪ ਹੈ। ਸਨੇਹ, ਮਿੱਤਰਤਾ, ਲਗਾਓ ਤਦ ਹੀ ਹੈ ਜੇ ਕਿਸੇ ਗੁਰਮੁਖ ਦੇ ਬਚਨ ਨੂੰ ਪੱਲੇ ਬੰਨ ਕੇ ਕਮਾ ਲਿਆ ਜਾਏ। ਜੇ ਨਿਰਾ ਇਹ ਹੀ ਉਹਦੇ ਮਨ ਵਿੱਚ ਭੁਲੇਖਾ ਹੋਵੇ ਵੀ ਮੈਂ ਸਾਲਾਂ ਬੱਧੀ ਉਸ ਮਹਾਂਪੁਰਖ ਦੀ ਸੰਗਤ ਵਿੱਚ ਰਿਹਾ ਹਾਂ, ਮੈਨੂੰ ਉਹਦੀ ਸੇਵਾ ਸੰਭਾਲ ਦਾ ਸਮਾਂ ਮਿਲਿਆ ਹੈ, ਮੈਂ ਉਹਨਾਂ ਦੇ ਨਿਕਟ ਬੈਠਾ ਹਾਂ, ਮੈਂ ਉਹਨਾਂ ਦੀ ਸੇਵਾ ਕੀਤੀ ਹੈ, ਲੇਕਿਨ ਬਚਨ ਦੀ ਪਾਲਣਾ ਨਹੀਂ ਕੀਤੀ, ਫਿਰ ਕੋਈ ਇਸ਼ਕ ਜਾਂ ਪਿਆਰ ਦੀ ਖੇਡ ਨਹੀਂ। ਇਸ ਖੇਡ ਦੇ ਅੰਦਰੋਂ ਜੋ ਕੁਝ ਲੈਣਾ ਸੀ ਉਹ ਪੱਲੇ ਨਹੀਂ ਪਿਆ। ਗੁਰਮੁਖ ਸਰੀਰ ਕਰਕੇ ਕਿਸੇ ਸੰਗੀ ਸਾਥੀ ਮਿੱਤਰ ਦੇ ਨੇੜੇ ਹੋਵੇ ਦੂਰ ਹੋਵੇ, ਇਸ ਜਹਾਨ ਵਿੱਚ ਹੋਵੇ ਉਸ ਜਹਾਨ ਵਿੱਚ ਹੋਵੇ, ਕਿਤੇ ਵੀ ਹੋਵੇ, ਪਰ ਉਹਦੇ ਬਚਨ ਮੰਨਣ ਵਾਲੇ ਸਾਧਕ ਸਿੱਖ ਦੇ ਉਹ ਸਦਾ ਨਿਕਟ ਹੋ ਕੇ ਵਿਚਰਦਾ ਹੈ, ਉਹ ਵਿਚੋਲਾ ਹੈ। ਇਸ ਲਈ ਗੁਰਮੁਖੋ, ਜੇ ਆਪਾਂ ਨੂੰ ਗੁਰਸਿੱਖ ਦੀ, ਕਿਸੇ ਮਹਾਂਪੁਰਖ ਦੀ ਸੰਗਤ ਮਿਲੀ ਹੈ ਨਾ, ਸਿਰਫ ਇਹੀ ਨਾ ਅਸੀਂ ਕਰਦੇ ਰਹੀਏ ਅਸੀਂ ਬਾਦਸ਼ਾਹ ਦੇ ਪੁੱਤਰ ਹਾਂ, ਅਸੀਂ ਕਿਸੇ ਮਹਾਂਪੁਰਖ ਦੇ ਸੰਗੀ ਹਾਂ। ਬਾਦਸ਼ਾਹ ਦਾ ਪੁੱਤਰ ਹੋ ਕੇ ਵੀ ਕੰਗਾਲ ਹੀ ਰਹਿੰਦਾ ਹੈ, ਪਰ ਜੇ ਉਹਦੇ ਚ ਔਗੁਣ ਨਾ ਹੋ। ਮਹਾਂਪੁਰਖ ਦਾ ਸੰਗੀ ਹੋ ਕੇ ਵੀ ਖਾਲੀ ਰਹਿੰਦਾ ਹੈ। ਚਿੱਚੜ ਨੂੰ ਤਾਂ ਦੁੱਧ ਦਾ ਕੋਈ ਸੁੱਖ ਨਹੀਂ ਹੈ, ਤਾਂ ਉਸੇ ਦੁੱਧ ਦੇ ਸੋਮੇ ਦੇ ਨਿਕਟ ਬੈਠਾ, ਕੀ ਸੁੱਖ ਹੈ ਉਹਨੂੰ? ਨਹੀਂ। ਗੁਰਮੁਖ ਜੋ ਉਪਦੇਸ਼, ਜੋ ਪ੍ਰੇਰਨਾ ਹੁੰਦੀ ਹੈ ਇੱਕ ਜਾਂ ਅੱਧੇ ਬਚਨ ਦੀ ਹੋਈ, ਇੰਨਾ ਕੀ ਸਮਾਂ ਲੱਗਦਾ ਉਹਨੂੰ। ਜੇ ਪ੍ਰਸੰਨ ਹੋ ਕੇ ਕਿਸੇ ਦੁਖੀਏ ਨੂੰ, ਕਿਸੇ ਥਿੜਕੇ ਹੈ ਉਹਨੂੰ ਇੰਨੀ ਗੱਲ ਹੀ ਕਹਿ ਦੇਣ ਨਾ, ਗੁਰਮੁਖਾ ਸਾਵਧਾਨ ਹੋ ਕੇ ਨਾਮ ਜਪਿਆ ਕਰ,
इदों वड्डी कोई वस्तु नहीं है जिहड़ी गुरमुख दे देवे किसी नूं। जे इदों बिना कुछ होर मंगदे आ, गरजां दे अधीन आउंदे आ, दुखां दीआं पंडां निवृत्त कराउण लई अरदासां करदे आ, संसारक वस्तुआं पदार्थां दीआं मंगां लई अरदासां ते संगत करदे आ, है गल मेरी एक कौड़ी, पर कहना मेरा फर्ज बनता ते मनना भी मेरा फर्ज बनता। मैं कहना भी है, मैं सुनना भी। पदार्थ मंगने, वपारक वाधे मंगने, सुखां की इच्छा करनी, प्रभुता इज्जत आबरू की मंग करनी, परिवार दे विच सुख शांति की मंग करनी, ये माड़ी नहीं। पर एक गल मेरी याद रख लेनी चाहिए, आप सारिਆਂ ਨੂੰ मन लेनी चाहिए, ये जंजीरां ने ਜਿਹੜੀਆਂ किसी गुरमुख के पासों असीं सेवा करके, अरजोइयां करके, तरले करके, मिन्नतां करके मंगदे आ, महाराज जी साडे ते कृपा करो, आ जंजीरां मेरे लत्ती पा दिओ, मेरे गल च पा दिओ। छुटू किवें? नहीं। हर गृहस्थी के गल विच जंजीरां तां पहिलां ही पईआं। मंगो उस महापुरुष गुरमुख तो वो गल भी ये जंजीरां होण भी, जकड़िया भी ना जाए। जंजीरां होण भी, परिवार होवे भी, कारोबार होवे भी, मनुख का सबो कुछ होवे, जरूर होवे, पर वर्धता की गल यह है भी वो जंजीरां इहदे गल विच ना पईआं होण, इहदीआं लत्तां च ना पईआं होण, इहदा तुरना, इहदा सोचना सुतंत्र होवे। वो सब तो वड्डा जे पदार्थ जे किसी गुरमुख के कोले है ना, वो इन्ना ही है भी गुरमुखा जी हजूर नाम जपया कर, बस। ये सर्व कल्याणी चीज है। ये ऐसी अग्नि है जो पापां नूं, दुखां नूं, कष्टां नूं, विघ्नां नूं दग्ध कर देती है। एक ऐसा अमृत है जो तपते हृदय नूं शांत कर देता है। ये अग्न भी है, एक अमृत भी है, ते नाम दे ऐसे पक्ष ने। सो भागा वाले ने वो प्यारे वो गुरमुख जिन्होंने महापुरुष की संगत की, वड भागे असली वो होणगे जिहड़े उस वचन दे उत्ते उन्होंने अमली जामा पहनाउणगे। बस फिर सचमुच संगत की जो रंगत है ना, वो आपे उगड़े। जे रंग की पूरी तो ले ली, जेब च पा ली, गल सुन ली, महापुरखों का वचन भी सुन लिया भी गुरमुखा नाम जपया कर जी, 7 वचन कह भी लिया, पूरी लै भी ली, औषधि लै भी ली, लपेट के जेब च पा ली, की सौखा होगा ना? जे औषधि लई है उन्होंने खाइए, उन्होंने पूछिए, उसका फिर असर वेखिए। जो उस दवाई नूं खाण लई उन्होंने असर अंदाज बनाउण लई जिस जिस परहेज की लोड़ आ, परहेज भी करिए नाल। इह ना होवे भी नाम भी जपदे आ जी, सभे दरवाजे की खड़का खटखटाक भी जाके करते हैं ना, ये परहेज भी अवश्य है। पूत है पूछत है पथिक, ते मार्ग न धरे पग, प्रीतम के देश कैसे बातन जे जाए। वैद नूं पुछदा पर पथ नहीं रखदा, कैसे मिटे रोग सुख सहज समाजे, इहो नहीं मिटदा। गुरमुख का वचन मन्नीए, जो पथ है, जो परहेज है, ਉਹਦੇ ਉੱਤੇ ਐਨ ਕਰੜੇ ਹੋ ਕੇ ਠਹਿਰੀਏ, ਫਿਰ ਸੱਚਮੁੱਚ ਗੁਰਮੁਖ ਦੀ ਸੰਗਤ ਦਾ ਰੰਗ ਜਿਵੇਂ ਉਹ ਜੇਬ ਦੇ ਅੰਦਰ ਪਾਈ ਪੁੜੀ ਨੂੰ ਜੇ ਕਿਤੇ ਸਹੀ ਅਰਥਾਂ ਵਿੱਚ ਉਵਾਲ ਕੇ ਉਹਨੂੰ ਕੱਪੜੇ ਦੇ ਉੱਤੇ ਰੰਗ ਚਾੜ ਦਈਏ, ਉਹ ਦੂਰੋਂ ਦਿਸੂ ਵੀ ਰੰਗਿਆ ਹੋਇਆ ਕੱਪੜਾ ਹੈ, ਦੂਰੋਂ ਦਿਸੂ। ਗੁਰਮੁਖ ਦੀ ਸੰਗਤ ਤੋਂ ਸ਼ਬਦ ਦੀ ਕਮਾਈ ਦਾ ਸਦਕਾ ਗੁਰਮੁਖ ਦਾ ਮਸਤਕ ਦੂਰੋਂ ਦੱਸੂ ਵੀ ਇਹਦੇ ਅੰਦਰ ਕੋਈ ਰੰਗ ਹੈ, ਇਹਦੇ ਅੰਦਰ ਕੋਈ ਗਿੱਲ ਹੈ, ਇਹਦੇ ਅੰਦਰ ਕੋਈ ਪ੍ਰਕਾਸ਼ ਹੈ, ਜਲਾਲ ਹੈ, ਇਹਦੇ ਅੰਦਰ ਕੋਈ ਠੰਡ ਹੈ ਜਿਹੜੀ ਫੁਆਰਿਆਂ ਵਾਂਗੂ ਬਾਹਰ ਨਿਕਲ ਪੈਂਦੀ ਹੈ। ਬਸ ਇਹ ਨਾਮ ਹੈ, ਇਦੋਂ ਬਿਨਾ ਕੋਈ ਕੁਛ ਨਹੀਂ। ਗੁਰਮੁਖ ਦੀ ਸੰਗਤ ਦਾ ਹੀ ਸੁਖ ਮਿਹਰ ਕਰੇ ਸਤਿਗੁਰੂ ਸੱਚੇ ਪਾਤਸ਼ਾਹ। ਸਮਾਂ ਨਾ ਲਈਏ, ਸੰਗਤ ਬਖਸ਼ੇ, ਨਾਲ ਰੰਗਤ ਲਿਆਉਣ ਲਈ ਵੀ ਉਦਮ ਉਪਰਾਲਾ ਬਖਸ਼ੇ। ਭੁੱਲ ਚੁੱਕ ਦੀ ਖਿਮਾ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਤ ਜਨਾ ਮਿਲ ਹਰ ਜਸ ਗਾਏ,